ਜਿਹੜੀ ਕੱਲ੍ਹ ਵਾਸੂ ਇਹ ਪੇਸ਼ੀ ਸ਼ੁਰੂ ਹੋਈ, ਜਿਹੜੇ ਕਾਇਲ ਬਰਗਰ ਭਰਾ ਸੀ, ਬਹੁਤ ਇੰਪੋਰਟੈਂਟ ਉਹਨਾਂ ਦੀ ਕੱਲ੍ਹ ਟੈਸਟੀਮਨੀ ਸੀ। ਉਹਦੇ ਵਿੱਚ ਉਹਨਾਂ ਨੇ ਪ੍ਰਮੁੱਖ ਗੱਲ ਤਾਂ ਇਹ ਸਾਹਮਣੇ ਰੱਖੀ, ਕਹਿੰਦੇ ਅਸੀਂ ਕੋਈ ਮੁਨਾਫਾ ਖੱਟਣ ਵਾਸਤੇ ਨਹੀਂ ਸੀ ਇਹ ਕੰਮ ਕਰ ਰਹੇ, ਨਾ ਅਸੀਂ ਸਰਕਾਰ ਨੂੰ ਅਪਰੋਚ ਕੀਤਾ ਸੀ। ਸਰਕਾਰ ਸਗੋਂ ਸਾਡੇ ਕੋਲ ਆਈ ਸੀ ਵੀ ਤੁਸੀਂ ਆਹ ਪਲਾਨ ਆਹ ਕੰਮ ਕਰੋ। ਕਹਿੰਦੇ ਜੇ ਸਾਨੂੰ ਪਤਾ ਹੁੰਦਾ ਵੀ ਫੋਨ ਹੀ ਨਹੀਂ ਚੱਕਣਾ, ਅਸੀਂ ਫੋਨ ਹੀ ਨਹੀਂ ਚੱਕਣਾ ਸੀ। ਮਤਲਬ ਇਹ ਉਹ ਗੱਲ ਹੋ ਗਈ ਨਾ ਵੀ ਜੇ ਪਤਾ ਹੁੰਦਾ ਤੂੰ ਇੰਝ ਕਰਨਾ, ਮੈਂ ਲਿਆਉਂਦਾ ਨਾਲ ਭਰਾਵਾਂ ਨੂੰ, ਉਹ ਲੈ ਕੇ ਆਏ ਸੀ ਭਰਾ ਨੂੰ। ਖੈਰ ਮਤਲਬ ਜੇ ਸੋਹਣੀ ਨੂੰ ਪਤਾ ਹੁੰਦਾ ਵੀ ਘੜਾ ਕੱਚਾ ਤਾਂ ਉਹਨੇ ਤਰਨਾ ਨਹੀਂ ਸੀ ਜੀ, ਹੈਂ। ਜੇ ਮਿਰਜ਼ੇ ਨੂੰ ਪਤਾ ਹੁੰਦਾ ਵੀ ਇਹ ਜੰਡ ਥੱਲੇ ਇੱਦਾਂ ਹੋ ਜਾਣਾ ਤਾਂ ਉਹਨੇ ਵੀ ਨਹੀਂ ਸੀ ਕਰਨਾ, ਸਾਹਿਬਾਂ ਨੂੰ ਲੈ ਕੇ ਨਹੀਂ ਸੀ ਜਾਣਾ। ਸੋ ਇਹ ਤਾਂ ਹਾਈਂਡ ਸਾਈਟ ਹੈ ਨਾ, ਵੀ ਜੇ ਸਾਨੂੰ ਪਤਾ ਹੁੰਦਾ। ਉਹ ਹੋਇਆ ਕੀ ਆ ਹੁਣ, ਕਹਿੰਦੇ ਕਿ ਸਾਨੂੰ 5 ਮਿਲੀਅਨ ਦਾ ਨੁਕਸਾਨ ਹੋ ਗਿਆ। ਹਾਂ, ਕਹਿੰਦੇ ਇਹ ਵੀ ਗੱਲ ਕੈਂਸਲ ਹੋਇਆ। ਕਹਿੰਦੇ ਸਭ ਪੱਲਿਓਂ ਪੈਸੇ ਪਾਣੇ ਪਏ, ਕਿਉਂਕਿ ਜਿਹੜੀ ਵਜ੍ਹਾ ਅਸੀਂ ਉਸ ਦਿਨ ਗੱਲ ਕੀਤੀ ਸੀ ਕਿ 30 ਜੂਨ ਤੱਕ $30 ਮਿਲੀਅਨ ਇਹਨਾਂ ਦੇ ਖਾਤੇ ਦੇ ਵਿੱਚ ਆ ਗਏ ਸੀ। ਤੇ ਉਹ ਕਹਿੰਦੇ ਸਾਰੇ ਦੇ ਸਾਰੇ ਅਸੀਂ ਮੋੜ ਤੇ। ਕਹਿੰਦੇ ਹਾਲਾਂਕਿ ਸਾਡਾ ਕੋਈ ਉਹਨੂੰ ਸਾਡੇ ਐਕਸਪੈਂਸਿਸ ਵੀ ਸੀਗੇ, ਕਹਿੰਦੇ ਪਰ ਅਸੀਂ ਬਹੁਤ ਇੱਕ ਕੌੜਾ ਘੁੱਟ ਭਰਿਆ ਕਿ ਅਸੀਂ ਉਹਦੇ ਵਿੱਚੋਂ ਕੋਈ ਪੈਸੇ ਕੱਟੇ ਨਹੀਂ। ਜਿੰਨੇ ਪੈਸੇ ਸਾਨੂੰ ਕ੍ਰੈਡਿਟ ਹੋਏ ਸੀ ਸਾਡੇ ਅਕਾਊਂਟ 'ਚ, ਅਸੀਂ ਸਾਰੇ ਦੇ ਸਾਰੇ ਮੋੜ ਤੇ ਜੀ। ਅੱਛਾ, ਜਦੋਂ ਵਾਸੂ ਕੱਲ੍ਹ ਇਹ ਗੱਲ ਸ਼ੁਰੂ ਹੋਈ, ਸਭ ਤੋਂ ਪਹਿਲਾਂ ਜਿਹੜੀ ਟੈਸਟੀਮਨੀ ਸੀ ਉਹਨਾਂ ਦੀ, ਜਿਹੜੀ ਪਹਿਲੀ ਇੱਕ ਬੋਰਡ ਆਫ ਡਾਇਰੈਕਟਰ 'ਤੇ ਰਹੇ ਮਿਸ਼ੈਲ ਡਗਲਸ, ਪਹਿਲਾਂ ਉਹਨਾਂ ਦੀ ਪੇਸ਼ੀ ਸੀ। ਉਹਨਾਂ ਨੇ ਆਪਣੀ ਪੇਸ਼ੀ ਦੇ ਵਿੱਚ ਜਿਹੜੀਆਂ ਇੱਕ ਦੋ ਗੱਲਾਂ ਕਹੀਆਂ, ਉਹ ਫਿਰ ਆਧਾਰ ਬਣੀਆਂ ਕੁਐਸਚਨਿੰਗ ਦਾ, ਜਿਹੜੀ ਕਿ ਅੱਗੇ ਕੀਲ ਬਰਗਰ ਬ੍ਰਦਰਜ਼ ਨੂੰ ਸਵਾਲ ਪੁੱਛੇ ਗਏ। ਉਹਦੇ ਵਿੱਚ ਪਹਿਲਾਂ ਤਾਂ ਜਿਹੜੇ ਮਿਸ਼ੈਲ ਡਗਲਸ ਸੀ, ਉਹਨਾਂ ਨੇ ਕਿਹਾ ਕਿ ਸਾਨੂੰ, ਕਹਿੰਦੇ ਮੈਨੂੰ ਕੋਈ ਨੌਲੇਜ ਹੀ ਨਹੀਂ ਸੀ ਆਹ ਕੈਨੇਡਾ ਸਰਵਿਸ ਗ੍ਰਾਂਟ ਪ੍ਰੋਗਰਾਮ ਬਾਰੇ। ਕਹਿੰਦੇ ਮੈਂ ਤਾਂ ਕਿਉਂਕਿ ਮਾਰਚ ਦੇ ਆਖਰੀ ਹਫ਼ਤੇ ਅਸਤੀਫਾ ਦੇ ਗਈ ਸੀ, ਇਹ ਬਾਕੀ ਸਾਰਾ ਕੁਝ ਉਸ ਤੋਂ ਬਾਅਦ ਸ਼ੁਰੂ ਹੋਇਆ। ਫਿਰ ਉਹਨਾਂ ਨੇ ਕਿਹਾ ਕਿ ਜਿਹੜੇ ਗੈਸਟਸ ਆਉਂਦੇ ਸੀ V-Day ਇਵੈਂਟਸ ਦੇ ਉੱਪਰ, ਕਹਿੰਦੇ ਸਾਡੀ ਬੋਰਡ ਦੀ ਅੰਡਰਸਟੈਂਡਿੰਗ ਇਹ ਸੀ ਕਿ ਜਿਹੜੇ ਵੀ ਉੱਥੇ V-Day ਇਵੈਂਟਸ 'ਤੇ ਸਪੀਕਰਸ ਆਉਂਦੇ ਨੇ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪੇਮੈਂਟ ਨਹੀਂ ਕੀਤੀ ਜਾਂਦੀ। ਤੇ ਇਹਦੇ ਜਵਾਬ ਦੇ ਵਿੱਚ ਜਦੋਂ ਸਵਾਲ ਪੁੱਛਿਆ ਗਿਆ ਕੀਲ ਬਰਗਰਸ ਨੂੰ, ਉਹ ਕਹਿੰਦੇ ਕਿ ਜਿਹੜੇ V-Day ਦੇ ਉੱਤੇ ਸਪੀਕਿੰਗ ਇੰਗੇਜਮੈਂਟ ਜਿਹੜੀ ਹੁੰਦੀ ਆ, ਕਹਿੰਦੇ ਉਹਦੇ ਕਰਕੇ ਵਿਸ਼ੇਸ਼ ਤੌਰ ਤੇ ਪੇਮੈਂਟ ਨਹੀਂ ਦਿੱਤੀ ਜਾਂਦੀ। ਕਹਿੰਦੇ V-Day ਦੇ ਨਾਲ ਸੰਬੰਧਿਤ ਜਿਹੜੇ ਹੋਰ ਬਹੁਤ ਸਾਰੇ ਇਵੈਂਟਸ ਨੇ, ਕੋਈ ਸਮਾਗਮ ਹੈਗੇ ਆ ਜਾਂ ਕੋਈ ਗਾਲਾਜ਼ ਨੇ ਜਾਂ ਕੋਈ ਫੰਡ ਰੇਜ਼ਰਸ ਹੈਗੇ ਆ, ਕਹਿੰਦੇ ਉਹਨਾਂ ਦੇ ਵਿੱਚ ਕਹਿੰਦੇ ਕੋਈ ਰੋਲ ਹੁੰਦਾ ਸੀ ਟਰੂਡੋਜ਼ ਦਾ, ਮਾਰਗਰੇਟ ਟਰੂਡੋ ਦਾ, ਸੋਫੀ ਗ੍ਰੈਗੋਇਰ ਟਰੂਡੋ ਦਾ, ਬ੍ਰਦਰ ਅਲੈਗਜ਼ੈਂਡਰ ਟਰੂਡੋ। ਉਹਨਾਂ ਬਾਰੇ ਵੀ ਇੱਕ ਬੜੀ ਇੰਟਰਸਟਿੰਗ ਗੱਲ ਆ ਤੇ ਉਹ ਵੀ ਅੱਗੇ ਜਾ ਕੇ ਕਰਦੇ ਆ, ਉਹ ਇੰਪੋਰਟੈਂਟ ਹੈ ਕਿਉਂਕਿ ਸੋ ਕਹਿੰਦੇ ਕਿ ਇਹਨਾਂ ਦੇ ਸਪੀਕਿੰਗ ਇੰਗੇਜਮੈਂਟ ਵਾਸਤੇ ਨਹੀਂ ਪੈਸੇ ਦਿੱਤੇ, ਸਗੋਂ ਜਿਹੜੇ ਫੰਡ ਰੇਜ਼ਰਸ ਦੇ ਵਿੱਚ ਜਸਟ ਟੂ ਬੀ ਦੇਅਰ, ਉੱਥੇ ਉਹਨਾਂ ਦੀ ਪ੍ਰੈਜ਼ੈਂਸ ਹੋਣੀ। ਤੁਸੀਂ ਆਪੇ ਸੋਚੋ ਕਿ ਜਦੋਂ ਤੁਸੀਂ ਜਾਂਦੇ ਹੋ, ਫਰਜ਼ ਕਰੋ ਤੁਸੀਂ ਉਸ ਫੰਡ ਰੇਜ਼ਰ 'ਤੇ ਗਏ, ਤੁਸੀਂ ਜਾ ਕੇ ਦੇਖਿਆ ਕਿ ਯਾਰ ਪ੍ਰਧਾਨ ਮੰਤਰੀ ਦੀ ਮਾਤਾ ਜੀ ਇੱਥੇ ਨੇ, ਉਹ ਇੱਕ ਕ੍ਰੈਡੀਬਿਲਿਟੀ ਬਣਦੀ ਹੈ, ਇਸ ਸੰਸਥਾ ਦੇ ਨਾਲ ਟਰੂਡੋ ਨਾਮ ਜੁੜਿਆ ਹੋਇਆ। ਤੇ ਇਹੀ ਗੱਲ ਵਿਜੇ ਚਾਰਲੀ ਐਂਗਸ ਨੇ ਵੀ ਕੀਤੀ। ਉਹਨਾਂ ਨੇ ਕਹੀ, ਕਹਿੰਦੇ ਤੁਸੀਂ ਜਿਹੜਾ ਟਰੂਡੋ ਖਾਨਦਾਨ ਦਾ ਨਾਮ ਹੈ ਉਹ ਖਰੀਦ ਲਿਆ, ਤੁਸੀਂ ਉਹ ਨਾਮ ਖਰੀਦ ਰਹੇ ਸੀ ਇਹ ਜਿਹੜੇ ਪੈਸੇ ਦੇ ਕੇ। ਉਹਨਾਂ ਨੇ ਕਿਹਾ ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਕਹਿੰਦੇ ਜੇ ਇਹੋ ਜਿਹੀ ਗੱਲ ਨਹੀਂ ਹੈ ਤੇ ਕਹਿੰਦੇ ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜੇ ਬਾਅਦ ਦੇ ਵਿੱਚ ਕੋਈ ਗਾਲਾਜ਼ ਹੁੰਦੇ ਸੀ, ਕਹਿੰਦੇ ਵੀ ਸਪਾਂਸਰਸ ਨੂੰ ਅਟਰੈਕਟ ਕਰਨ ਵਾਸਤੇ ਇਹ ਵਧੀਆ ਰਹਿੰਦਾ ਸੀ। ਕਹਿੰਦੇ ਕਈ ਥਾਵਾਂ 'ਤੇ ਜਿੱਥੇ ਜਸਟਿਨ ਟਰੂਡੋ ਖੁਦ ਅਵੇਲੇਬਲ ਨਹੀਂ ਸੀ ਹੋ ਸਕਦੇ, ਉਹ ਬਿਜ਼ੀ ਹੁੰਦੇ ਸੀ, ਅਸੀਂ ਉਹਨਾਂ ਦੇ ਭਰਾ ਨੂੰ ਸੱਦ ਲੈਂਦੇ ਸੀ। ਤੇ ਉਹ ਕਹਿੰਦੇ ਦਿਸ ਹੈਲਪਡ ਅਸ ਬ੍ਰਿੰਗ ਸਪਾਂਸਰਸ ਟੂ ਦ ਟੇਬਲ। ਮਤਲਬ ਇਹ ਆਪਣੇ ਆਪ ਦੇ ਵਿੱਚ ਬੜੀ ਅਜੀਬ ਗੱਲ ਸੀ। ਫਿਰ ਚਾਰਲੀ ਐਂਗਸ ਨੇ ਗੱਲ ਕਹੀ, ਕਹਿੰਦੇ ਜੇ ਇਹ ਗੱਲ ਤੁਹਾਡੇ ਸਪਾਂਸਰਸ ਲਿਆਉਣ ਵਾਸਤੇ ਸੀ, ਕਹਿੰਦੇ ਫਿਰ ਤੁਸੀਂ ਐਜ਼ ਅ ਲੌਬਿਸਟ ਕਿਉਂ ਨਹੀਂ ਰਜਿਸਟਰ ਕੀਤਾ? ਕਹਿੰਦੇ ਵੀ ਇਹ ਆਪਣੇ ਆਪ ਦੇ ਵਿੱਚ ਇਹਦੇ ਆਪਟਿਕਸ ਬਿਲਕੁਲ ਠੀਕ ਨਹੀਂ ਹੈਗੇ ਕਿ ਤੁਸੀਂ ਜੇ ਟਰੂਡੋ ਪਰਿਵਾਰ ਦੇ ਵਿਅਕਤੀਆਂ ਨੂੰ ਸਿਰਫ ਇਸ ਕਰਕੇ ਬੁਲਾ ਰਹੇ ਹੋ। ਕਹਿੰਦੇ ਫਿਰ ਇਸੇ ਕਰਕੇ ਬੁਲਾ ਰਹੇ ਹੋ ਨਾ, ਕਿਉਂਕਿ ਆਪਣੀ ਟੈਸਟੀਮਨੀ ਦੌਰਾਨ ਦੋਵਾਂ ਭਰਾਵਾਂ ਨੇ ਇੱਕ ਸਮੇਂ 'ਤੇ ਇਹ ਵੀ ਕਿਹਾ, ਕਹਿੰਦੇ ਕਿ ਜੇ ਜਸਟਿਨ ਟਰੂਡੋ ਦੇ ਮਾਤਾ ਜੀ ਨੇ ਮਾਰਗਰੇਟ ਟਰੂਡੋ ਜਾਂ ਉਹਨਾਂ ਦੇ ਵਾਈਫ ਸੋਫੀ ਗ੍ਰੈਗੋਇਰ ਟਰੂਡੋ, ਕਹਿੰਦੇ ਉਹ ਸਿਰਫ ਜਸਟਿਨ ਟਰੂਡੋ ਦੇ ਮਦਰ ਜਾਂ ਵਾਈਫ ਨਹੀਂ ਹੈਗੇ, ਜਾਂ ਉਹਨਾਂ ਦਾ ਬ੍ਰਦਰ ਸਾਸ਼ਾ ਟਰੂਡੋ, ਉਹਨਾਂ ਨੂੰ ਕਹਿੰਦੇ ਨੇ ਉਹਦਾ ਨਿਕਨੇਮ ਵੈਸੇ ਅਲੈਗਜ਼ੈਂਡਰ ਟਰੂਡੋ। ਤੇ ਕਹਿੰਦੇ ਵੀ ਉਹਨਾਂ ਦਾ ਆਪਣਾ ਵਜੂਦ ਵੀ ਤਾਂ ਹੈ। ਫਿਰ ਕਹਿੰਦੇ ਵੀ ਜੇ ਉਹਨਾਂ ਦਾ ਆਪਣਾ ਵਜੂਦ ਹੈ, ਪਰ ਤੁਸੀਂ ਕਹਿ ਰਹੇ ਹੋ ਕਿ ਜਦੋਂ ਟਰੂਡੋ ਅਵੇਲੇਬਲ ਨਹੀਂ ਸੀ ਹੁੰਦੇ ਉਦੋਂ ਅਸੀਂ ਭਰਾ ਨੂੰ ਸੱਦ ਲੈਂਦੇ ਸੀ ਕਿਉਂਕਿ ਉਹਨਾਂ ਦੀ ਪ੍ਰੈਜ਼ੈਂਸ ਠੀਕ ਸੀ। ਮਤਲਬ ਉਹਨਾਂ ਦੇ ਜਵਾਬ ਕਿਤੇ ਨਾ ਕਿਤੇ ਆਪਸ ਦੇ ਵਿੱਚ ਹੀ ਮੇਲ ਨਹੀਂ ਸੀ ਖਾਂਦੇ। ਉਹ ਕਹਿੰਦੇ ਮਾਰਗਰੇਟ ਟਰੂਡੋ 1 ਸਾਲ ਦੇ ਲਈ ਅਵੇਲੇਬਲ ਨਹੀਂ ਸੀਗੇ ਸਪੀਕਿੰਗ ਇੰਗੇਜਮੈਂਟਸ ਵਾਸਤੇ V-Day ਤੇ ਜੀ। ਤੇ ਕਹਿੰਦੇ ਫਿਰ ਉਹਨਾਂ ਦੀ ਥਾਂ ਤੇ ਅਰਜੈਂਟ ਬੇਸਿਸ ਤੇ ਕਹਿੰਦੇ ਅਸੀਂ ਫਿਰ ਅਲੈਗਜ਼ੈਂਡਰ ਟਰੂਡੋ ਨੂੰ ਲੈ ਕੇ ਆਏ। ਤੇ ਉਹ ਫਿਰ ਇਹ ਆਪਸ ਵਿੱਚ ਕੰਟਰਾਡਿਕਟ ਹੋ ਗਈਆਂ ਦੋਨੋਂ ਸਟੇਟਮੈਂਟਸ ਕਿ ਜੇ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਕਿਸੇ ਦੇ ਐਕਸਪਰਟੀਜ਼ ਕਰਕੇ ਉਹਨਾਂ ਨੂੰ ਬੁਲਾ ਰਹੇ ਹੋ, ਬਾਅਦ ਵਿੱਚ ਕਹਿ ਰਹੇ ਹੋ ਕਿ ਫਿਰ ਵਿਜੇ ਜੇ ਉਹਨਾਂ ਦੇ ਬਿਹਾਫ ਤੇ ਕਿਸੇ ਨੂੰ ਬੁਲਾਉਣਾ ਸੀ, ਮੈਨੂੰ ਬੁਲਾ ਲੈਂਦੇ, ਤੁਹਾਨੂੰ ਬੁਲਾ ਲੈਂਦੇ, ਕਿਸੇ ਨੂੰ ਬੁਲਾ ਲੈਂਦੇ, ਕਿਉਂਕਿ ਸਾਡਾ ਸਰਨੇਮ ਟਰੂਡੋ ਨਹੀਂ ਹੈ ਇਸ ਕਰਕੇ ਨਹੀਂ ਬੁਲਾਇਆ। ਮਤਲਬ ਗੱਲ ਇਹੀ ਹੈ ਕਿ ਜਿਹੜਾ ਉਹ ਪੁਆਇੰਟ ਆਫ ਕੁਐਸਚਨਿੰਗ ਸੀ ਨਾ, ਕਿ ਤੁਸੀਂ ਇਹਨਾਂ ਨੂੰ ਸਿਰਫ ਇਸੇ ਕਰਕੇ ਬੁਲਾ ਰਹੇ ਹੋ ਕਿਉਂਕਿ ਇਹਨਾਂ ਦੇ ਨਾਮ ਦੇ ਨਾਲ ਟਰੂਡੋ ਖਾਨਦਾਨ ਦਾ ਟਰੂਡੋ ਨਾਮ ਜੁੜਿਆ ਹੋਇਆ, ਉਹ ਉਸ ਗੱਲ ਦੇ ਉੱਪਰ ਚੰਗੀ ਤਰ੍ਹਾਂ ਉਹਨਾਂ ਨੂੰ ਘੇਰ ਲਿਆ ਗਿਆ ਸੀ। ਅੱਛਾ, ਫਿਰ ਇੱਕ ਗੱਲ ਜਦੋਂ ਦੋਹਾਂ ਭਰਾਵਾਂ ਨੇ ਟੈਸਟੀਮਨੀ ਦੌਰਾਨ ਕਹੀ, ਉਹ ਕਹਿੰਦੇ ਵੀ ਜਿਹੜਾ ਇਹ ਪ੍ਰੋਗਰਾਮ ਹੈ ਵੀ $912 ਮਿਲੀਅਨ ਦਾ, ਠੀਕ ਹੈ, ਕਹਿੰਦੇ ਵੀ ਇਸ ਲਈ ਸਾਨੂੰ $43.5 ਮਿਲੀਅਨ ਮਿਲਣੇ ਸੀ,
ਵੀ 5 ਮਿਲੀਅਨ ਸਾਨੂੰ ਘਾਟਾ ਪੈਣਾ ਹੁਣ, ਕਿਉਂਕਿ ਅਸੀਂ ਕੰਮ ਜਿਹੜਾ ਸ਼ੁਰੂ ਕਰਤਾ ਸੀ, ਪੈਸੇ ਅਸੀਂ ਸਾਰੇ ਵਾਪਸ ਕਰ ਰਹੇ ਹਾਂ, ਅਸੀਂ ਕੱਟ ਕੁਝ ਨਹੀਂ ਰਹੇ। ਕਹਿੰਦੇ ਅਸਲ ਦੇ ਵਿੱਚ ਇੱਕ ਉਹਨਾਂ ਨੇ ਹੋਰ ਨਵਾਂ ਤੀਰ ਛੱਡਿਆ। ਕਹਿੰਦੇ ਅਸਲ 'ਚ ਜਿਹੜਾ ਇਹ ਪ੍ਰੋਗਰਾਮ ਹੈ ਇਹ 'ਤੇ ਖਰਚਾ 200 ਤੋਂ 300 ਮਿਲੀਅਨ ਡਾਲਰ ਹੀ ਆਉਣਾ ਸੀ, ਕਿਉਂਕਿ ਕਹਿੰਦੇ 900 ਮਿਲੀਅਨ ਡਾਲਰ ਤਾਂ ਲੱਗਦੇ ਸੀ ਜੇ ਹਰ ਸਟੂਡੈਂਟ ਨੂੰ $5,000 ਦੀ ਮੈਕਸਿਮਮ ਗ੍ਰਾਂਟ ਮਿਲਦੀ, ਤਾਂ ਵੀ 900 ਨਹੀਂ ਲੱਗਦੇ, ਤਾਂ ਵੀ 900 ਨਹੀਂ ਲੱਗਦੇ ਸੀ, ਤਾਂ ਵੀ 543 ਲੱਗਣੇ ਸੀ, ਕਿਉਂਕਿ ਜਿਹੜਾ ਇਨੀਸ਼ੀਅਲ ਪਲਾਨ ਸੀ ਉਹ 20,000 ਉਹਨਾਂ ਦਾ ਸੀ ਸਟੂਡੈਂਟਸ ਨੂੰ ਹਾਇਰ ਕਰਨ ਦਾ, ਜਾਂ ਉਹਨਾਂ ਨੂੰ ਜੇ ਲੱਖ ਸਟੂਡੈਂਟਸ ਵੀ ਕਰ ਲੈਂਦੇ, ਲੱਖ ਵੀ ਕਰਦੇ, ਮੈਕਸਿਮਮ ਥ੍ਰੈਸ਼ੋਲਡ ਸੀ, ਤਾਂ ਵੀ 500 20 60 ਇਹ ਜਿਹੜੇ 3 ਉਹਨਾਂ ਨੇ ਬਣਾਏ ਸੀ ਬਲਾਕਸ, ਜੇ ਲੱਖ ਦੇ ਲੱਖ ਸਟੂਡੈਂਟਸ ਹਾਇਰ ਕਰ ਲੈਂਦੇ, ਸਾਰਿਆਂ ਨੂੰ $5,000 ਦੇ ਦਿੰਦੇ, ਤਾਂ ਵੀ ਜਿਹੜਾ ਸੀਗਾ ਪ੍ਰੋਗਰਾਮ 500 ਮਿਲੀਅਨ ਤੋਂ ਉੱਪਰ ਨਹੀਂ ਜਾਣਾ ਸੀ। ਅੱਛਾ, ਹੁਣ ਇਹਨਾਂ ਨੇ ਹੋਰ ਨੂੰ ਡਾਊਨ ਕਰਤਾ, ਕਹਿੰਦੇ ਵੀ ਇਹ ਤਾਂ 200-300 ਹੀ ਟੋਟਲ ਖਰਚਾ ਆਉਣਾ ਸੀ। ਹੁਣ ਜੇ ਖਰਚਾ 200 ਤੋਂ 300 ਆਉਣਾ ਸੀ ਤਾਂ ਫਿਰ ਇਹਨਾਂ ਨੂੰ $43 ਮਿਲੀਅਨ ਐਡਵਾਂਸ ਦੇ ਵਿੱਚ ਹੀ ਕਿਉਂ ਮਿਲਣ ਲੱਗੇ ਸੀ? ਹੁਣ ਤੁਸੀਂ ਇਹ ਸੋਚੋ ਵੀ ਇੱਕ ਪ੍ਰੋਗਰਾਮ ਜਿਹਨੂੰ ਕੁੱਲ ਜਿਹਦਾ ਫੰਡਿੰਗ ਦਾ ਖਰਚਾ, ਜਿਨ੍ਹਾਂ ਲੋਕਾਂ ਨੂੰ ਬੈਨੀਫਿਟ ਪਹੁੰਚਾਉਣਾ, ਲੈਟਸ ਸੇ ਉਹਨਾਂ ਦੇ ਬਿਆਨ ਮੁਤਾਬਕ ਮੈਕਸਿਮਮ $300 ਮਿਲੀਅਨ ਵੀ ਹੋ ਜਾਂਦਾ। $300 ਮਿਲੀਅਨ ਦੀ ਗ੍ਰਾਂਟ ਨੂੰ ਡਿਸਟਰੀਬਿਊਟ ਕਰਨ ਦੇ ਵਾਸਤੇ ਜਾਂ ਉਹਨੂੰ ਐਡਮਿਨਿਸਟਰ ਕਰਨ ਲਈ ਜਿਹੜੀ ਚੈਰਿਟੀ ਨੂੰ ਜਾਂ ਜਿਹੜੀ ਆਰਗੇਨਾਈਜੇਸ਼ਨ ਨੂੰ ਤੁਸੀਂ ਠੇਕਾ ਦੇ ਦਿੱਤਾ, ਉਹਨੂੰ $43 ਮਿਲੀਅਨ ਮਿਲ ਗਏ। ਮਤਲਬ that's what more than about 13-14% in fees। ਤੇ ਵਿਜੇ ਹੁਣ ਕੱਲ ਜਦੋਂ ਜਸਟਿਨ ਟਰੂਡੋ ਦੀ ਪੇਸ਼ੀ ਹੋਣੀ ਆ, ਆਈ ਥਿੰਕ ਦਿਸ ਵਿਲ ਬੀ ਦ ਨੰਬਰ 1 ਕੁਐਸਚਨ ਜਿਹੜਾ ਉਹਨਾਂ ਨੂੰ ਪੁੱਛਿਆ ਜਾਣਾ। ਸਭ ਤੋਂ ਪਹਿਲਾਂ ਹੀ ਪੁੱਛਿਆ ਜਾਏਗਾ ਕਿ ਜੇ $300 ਵੀ ਚੈਰਿਟੀ ਆਪ ਕਹਿ ਰਹੀ ਹੈ, ਸਾਡਾ ਐਸਟੀਮੇਟ ਇਹ ਹੈ ਕਿ ਇਸ ਪੂਰੇ ਪ੍ਰੋਗਰਾਮ ਦੇ $300 ਮਿਲੀਅਨ ਤੋਂ ਵੱਧ ਨਹੀਂ ਖਰਚਾ ਆਣਾ, ਤੇ ਬਾਕੀ ਦੇ ਜਿਹੜੇ $612 ਮਿਲੀਅਨ ਨੇ ਉਹਨਾਂ ਦਾ ਕੀ ਕਰਨਾ ਸੀ। ਈਵਨ ਜਿਹੜਾ ਸਰਕਾਰੀ ਐਸਟੀਮੇਟ ਵੀ ਹੈਗਾ, ਜੋ ਬਰਦੀਸ਼ ਚੱਗੜ ਨੇ ਸਾਰਾ ਬ੍ਰੇਕਡਾਊਨ ਦਿੱਤਾ ਸੀ, ਉਹਦੇ ਤਹਿਤ ਵੀ ਵੱਧ ਤੋਂ ਵੱਧ ਖਰਚਾ ਜਿਹੜਾ ਹੋਣਾ ਪ੍ਰੋਗਰਾਮ ਤੇ ਉਹ 500 ਮਿਲੀਅਨ ਸੀ। $43.53 ਮਿਲੀਅਨ ਜਿਹੜੇ ਵੀ ਚੈਰਿਟੀ ਨੂੰ ਦਿੱਤੇ ਜਾਣੇ ਸੀ। ਸੋ $543.53 ਮਿਲੀਅਨ ਟੋਟਲ ਹੋ ਗਿਆ। ਜਿਹੜੇ ਬਾਕੀ ਦੇ ਬਚੇ, ਤੁਸੀਂ ਜਿਹੜਾ ਇਨੀਸ਼ੀਅਲ ਅਨਾਉਂਸਮੈਂਟ ਕੀਤੀ ਉਹ ਕੀਤੀ 912 ਮਿਲੀਅਨ ਦੀ, ਤੇ ਬਾਕੀ ਪੈਸੇ ਕਿੱਥੇ ਜਾਣੇ ਸੀ, ਉਹਨਾਂ ਦਾ ਕੀ ਹਿਸਾਬ ਕਿਤਾਬ ਸੀ? ਜਿਹੜੇ $543.53 ਮਿਲੀਅਨ ਨੇ ਇਹ ਬੇਸਡ ਹੈਗੇ ਆ ਜੇ 1 ਲੱਖ ਬੱਚਿਆਂ ਨੂੰ ਹਾਇਰ ਜੌਬਸ ਦਿੱਤੀਆਂ ਜਾਣ, ਵੋਲੰਟੀਅਰ ਓਪਰਚੁਨਿਟੀਜ਼ ਦਿੱਤੀਆਂ ਜਾਣ। ਜਦੋਂ ਇਨੀਸ਼ੀਅਲ ਗੱਲ ਹੋਈ 20,000 ਦੀ ਗੱਲ ਹੋਈ, 20,000 ਦੀ ਗੱਲ ਹੋਈ, ਜਿਹੜਾ ਕਿਹਾ ਗਿਆ ਕਿ $19.5 ਮਿਲੀਅਨ ਦੇਣੇ ਸੀ ਵੀ ਚੈਰਿਟੀ ਨੂੰ, ਉਹ ਸਿਰਫ 20,000 ਜੌਬਸ ਦੇ ਲਈ ਦੇਣੇ ਸੀ। ਜੇ ਉਸ ਤੋਂ ਵੱਧ 20,000 ਹੋਰ ਹੁੰਦੇ ਫਿਰ 10.5 ਮਿਲੀਅਨ ਹੋਰ ਮਿਲਣੇ ਸੀ, ਜੋ ਕਿ ਟੋਟਲ ਬਣਿਆ 30 ਮਿਲੀਅਨ। ਉਹ ਉਹਨਾਂ ਨੂੰ ਦੇ ਵੀ ਦਿੱਤਾ ਗਿਆ, ਐਡਵਾਂਸ ਦੇ ਦਿੱਤਾ ਗਿਆ ਸੀ। ਅਸੀਂ ਕੱਲ ਇਹਦੇ ਬਾਰੇ ਵਿਸਥਾਰ ਚ ਗੱਲ ਕੀਤੀ। ਜਿਹੜਾ ਬਾਕੀ ਬਚਿਆ $13.5 ਮਿਲੀਅਨ ਉਹ ਵੀ 2 ਜੁਲਾਈ ਨੂੰ ਮਿਲਣਾ ਸੀ। ਪਹਿਲੇ ਹਫਤੇ ਦੇ ਵਿੱਚ ਹੀ ਉਹਨਾਂ ਨੂੰ ਕ੍ਰੈਡਿਟ ਹੋਣਾ ਸੀ, ਜੋ ਕਿ ਬਾਅਦ ਵਿੱਚ ਉਹ ਫਿਰ ਉਹਨਾਂ ਨੇ ਵਿਡਰਾ ਨਹੀਂ ਕੀਤਾ। ਜਿਹੜੀ ਵਾਸੂ ਕੱਲ ਇਹ ਪੇਸ਼ੀ ਚੱਲਦੀ ਪਈ ਸੀ, ਉਹਦੇ ਵਿੱਚ ਜਿਹੜੇ ਕੰਜ਼ਰਵੇਟਿਵਸ ਦੇ ਫਾਈਨੈਂਸ ਕ੍ਰਿਟਿਕ ਨੇ ਪੀਅਰ ਪੋਲੀਐਵ, ਉਹਨਾਂ ਨੇ ਪਹਿਲਾਂ ਵੀ ਬਹੁਤ ਤਿੱਖੀ ਸਵਾਲ ਜਵਾਬ ਉਹ ਕਰਦੇ ਨੇ, ਮਤਲਬ ਪੰਜਾਬੀ ਚ ਕਹਿੰਦੇ ਨਾ ਵੀਰੇ, ਬਹੁਤ ਕੱਬਾ ਬੰਦਾ। ਮਤਲਬ ਉਹ ਕਿਆ ਸਵਾਲ ਪੁੱਛੇ, ਕਿਆ ਤਿੱਖੇ ਸਵਾਲ, ਸਿੱਧੀ ਗਿੱਟਿਆਂ ਤੇ। ਮਤਲਬ ਉਹ ਇੱਕ ਦਿਨ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ, ਜਦੋਂ ਬਰਦੀਸ਼ ਚੱਗੜ ਦੀ ਪੇਸ਼ੀ ਸੀ, ਵੀ ਉਹ ਐਂ ਲੱਗਦਾ ਸੀ ਜਿਵੇਂ ਬੈਟਿੰਗ ਕਰਨ ਵਾਲਾ ਹੋਵੇ ਨੰਬਰ 11 ਬੈਟਸਪਰਸਨ ਜਾਂ ਬੈਟਸਮੈਨ, ਤੇ ਜਿਹੜਾ ਅੱਗਿਓਂ ਬੋਲਰ ਆ ਉਹ ਆ ਸ਼ੋਹੇਬ ਅਖਤਰ ਵਰਗਾ, ਸਿੱਧੀ ਗਿੱਟਿਆਂ ਤੇ ਮਾਰਦਾ। ਇਹਨਾਂ ਨੇ ਕੱਲ ਲਿਹਾਜ਼ ਕਿਸੇ ਦਾ ਨਹੀਂ ਕੀਤਾ। ਹਾਂ, ਬੀਨੂ ਢਿੱਲੋਂ ਦਾ ਡਾਇਲੌਗ ਹੈਗਾ, ਕਹਿੰਦੇ ਬੜਾ ਹੀ ਕੱਬਾ ਸੁਭਾਅ ਲਈ ਕੱਲ ਉਹ ਸੁਣ ਕੇ ਲੱਗਦਾ ਸੀ ਐਟ ਸਮ points he got very aggressive to the point। ਜਦੋਂ 3.5 ਘੰਟੇ ਹੋ ਗਏ ਸੀ ਨਾ ਪੇਸ਼ੀ ਚੱਲਦੀ ਨੂੰ, ਤੇ ਵੇਨ ਐਸਟਰ ਜਿਹੜੇ ਕਿ ਲਿਬਰਲ ਐਮਪੀ ਨੇ, ਜਿਹੜੇ ਚੇਅਰਪਰਸਨ ਨੇ ਇਸ ਸਾਰੀ ਪੇਸ਼ੀ ਦੇ, ਸਾਰੀ ਕਾਰਵਾਈ ਦੇ, ਉਹਨਾਂ ਨੂੰ ਆਪਣੀ ਆਵਾਜ਼ ਰੇਜ਼ ਕਰਨੀ ਪਈ। ਉਹਨਾਂ ਨੇ ਕਿਹਾ ਕਿ ਪੀਅਰ ਪੋਲੀਐਵ ਜੇ ਇਸੇ ਹਿਸਾਬ ਚੱਲਦਾ ਰਿਹਾ, ਕਹਿੰਦੇ ਮੈਂ ਮੀਟਿੰਗ ਕੈਂਸਲ ਕਰ ਦੇਣੀ ਹੈ। ਉਹਨਾਂ ਦਾ ਹਾਲ ਵਿਜੇ ਮੈਨੂੰ ਇੰਡੀਆ ਦੇ ਲੋਕ ਸਭਾ ਦੇ ਸਪੀਕਰ ਵਰਗਾ ਲੱਗਦਾ ਸੀ ਕੱਲ। ਉਹਨਾਂ ਨੇ ਮੈਨੂੰ ਲੱਗਦਾ ਉੱਥੇ ਵਾਲੀ ਦੇਖ ਲੀਆਂ ਹੋਈਆਂ, ਪਲੀਜ਼ ਕਰਦੇ ਹੀ ਰਹਿ ਗਏ ਕੱਲ। ਨਹੀਂ ਅੱਛਾ, ਹਾਂ, ਉਹਨਾਂ ਦਾ ਹਾਲ ਸਪੀਕਰ ਵਾਲਾ ਸੀ, ਤੇ ਪੀਅਰ ਪੋਲੀਐਵ ਜਿਸ ਹਿਸਾਬ ਨਾਲ ਬੜੇ ਤਿੱਖੇ ਹਿਸਾਬ ਨਾਲ ਲੱਗੇ ਹੋਏ ਸੀ, ਉਹਨਾਂ ਨੇ ਮਤਲਬ ਮੈਨੂੰ ਲੱਗਦਾ ਵੀ ਕੋਈ ਉਹਨਾਂ ਨੇ ਤਕਰੀਰਾਂ ਸੁਣ ਲੀਆਂ ਨੇ ਵੀ ਉੱਥੇ ਕਿਸ ਹਿਸਾਬ ਨਾਲ ਦੂਜੇ ਬੰਦੇ ਨੂੰ ਸਵਾਲ ਤੇ ਸਵਾਲ ਏਦਾਂ ਸੁੱਟਿਆ ਜਾਂਦਾ, ਬੋਲਣ ਦਾ ਮੌਕਾ ਹੀ ਨਹੀਂ ਦਿੱਤਾ ਉਹਨਾਂ ਨੇ। ਇੰਡੀਆ ਦੇ ਜਰਨਲਿਸਟ ਦੇਖ ਲਏ ਹੋਣੇ, ਜਿਹੜੇ ਮਾਈਕ ਸਿੱਧਾ ਮੂਹਰੇ ਕਰਕੇ, ਪਤਾ ਤੁਸੀਂ ਕਿਹਦੀ ਗੱਲ ਕਰ ਰਹੇ। ਦੇਖੋ, ਉਹਨਾਂ ਨੇ ਸਵਾਲ ਬਹੁਤ ਵਧੀਆ ਪੁੱਛੇ, ਬਹੁਤ ਤਿੱਖੇ, ਬਹੁਤ ਐਨ ਪੁਆਇੰਟਡ ਸਵਾਲ ਪੁੱਛੇ, ਪਰ ਉਹਨਾਂ ਗਲਤੀ ਕਿੱਥੇ ਕੀਤੀ, ਉਹਨਾਂ ਨੇ ਸਵਾਲ ਦਾ ਜਵਾਬ ਦੇਣ ਦਾ ਸਮਾਂ ਨਹੀਂ ਦਿੱਤਾ। That was the point। ਤੇ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਸਵਾਲਾਂ ਦੇ ਜਿਹੜੇ ਜਵਾਬ ਸੀਗੇ ਉਹ ਬੜੇ ਗੋਲਮੋਲ ਆ ਰਹੇ ਸੀ। ਜੇ ਉਹ ਟਾਈਮ ਦਿੰਦੇ ਸੀ ਤਾਂ ਫਿਰ ਅੱਗੋਂ ਸਵਾਲ ਦਾ ਜਿਹੜਾ ਪੁਆਇੰਟਡ ਜਵਾਬ ਨਹੀਂ ਸੀ ਮਿਲ ਰਿਹਾ, ਉਹ ਗੋਲਮੋਲ ਕਰੀ ਜਾ ਰਹੇ ਸੀ। ਬਸ देयर वर so many questions ਜਿਨ੍ਹਾਂ ਦਾ ਸਿੱਧਾ ਆਨਸਰ ਯੈਸ ਜਾਂ ਨੋ ਸੀ। ਹੁਣ ਜੇ ਕਿਸੇ ਸਵਾਲ ਦਾ ਜਵਾਬ ਤੁਹਾਡਾ ਨਾ ਹੈ, ਤੁਸੀਂ ਨਾ, ਜੇ ਮਤਲਬ ਨਾ ਦਾ ਜਵਾਬ ਤੁਹਾਨੂੰ ਬਰੀ ਕਰਦਾ, ਤੁਸੀਂ ਨਾ ਜਵਾਬ ਨਹੀਂ ਦਿੰਦੇ, ਪਰ ਤੁਹਾਡਾ ਉਹਦੇ ਵਿੱਚੋਂ ਜਵਾਬ ਆਉਂਦਾ ਕਿ ਨਹੀਂ ਗੋਲ ਮੋਲ ਕਿਤੇ ਲੱਛੇਦਾਰ ਜਵਾਬ ਆਉਂਦਾ,
ਤਾਂ ਫਿਰ ਲੋਕਾਂ ਦੀ ਪਰਸੈਪਸ਼ਨ ਇਹ ਜਾਂਦੀ ਹੈ ਵੀ ਨਹੀਂ ਇਹਦੇ ਵਿੱਚ ਇਹਨਾਂ ਦੇ ਉੱਪਰ ਕਿਤੇ ਨਾ ਕਿਤੇ ਕੋਈ ਦੋਸ਼ ਆਉਂਦਾ, ਇਹਨੂੰ ਗੇੜਾ ਦੇਣ ਦੀ ਕੋਸ਼ਿਸ਼ ਕਰ ਰਹੇ ਨੇ। ਜੇ ਮੈਂ ਤੁਹਾਨੂੰ ਸਿੰਪਲੀ ਪੁੱਛਾਂ, ਤੁਸੀਂ ਵਿਜੇ ਸਵੇਰੇ ਬ੍ਰੇਕਫਾਸਟ ਕੀਤਾ ਸੀ, ਤੁਸੀਂ ਕੱਲ ਦੇ ਲੰਚ ਤੋਂ ਸ਼ੁਰੂ ਕਰੋ ਜੇ ਆਨਸਰ ਆਪਣਾ, ਫਿਰ ਉਹ ਸਮਾਂ ਸਾਰਾ ਨਿਕਲ ਜਾਣਾ। ਆਹਾਰ ਬਹੁਤ ਜ਼ਰੂਰੀ ਹੁੰਦਾ ਹੈ ਤੇ ਆਹਾਰ ਤੋਂ ਬਗੈਰ ਸਰੀਰ ਕੰਮ ਨਹੀਂ, ਮਤਲਬ ਸੋਚੋ ਨਿਊਟ੍ਰੀਸ਼ਨ ਤੇ ਲੈਸਨ ਹੋ ਜਾਵੇ, ਹੈ ਨਾ। ਅੱਛਾ, ਹੁਣ ਇੱਕ ਉੱਥੇ ਸਵਾਲ ਇਹ ਵੀ ਪੁੱਛਿਆ ਗਿਆ, ਕਹਿੰਦੇ ਜਿਹੜੇ ਜਰਨਲਿਸਟਸ ਨੇ ਵੀ ਦੀ ਐਕਸਟੈਂਸਿਵਲੀ ਕਵਰੇਜ ਕੀਤੀ, ਵੀ ਬਾਰੇ ਲਿਖਿਆ, ਕੀ ਤੁਸੀਂ ਪ੍ਰਾਈਵੇਟ ਇਨਵੈਸਟੀਗੇਟਰ ਹਾਇਰ ਕਰਕੇ ਉਹਨਾਂ ਦੀ ਤਫਤੀਸ਼ ਕਰਵਾਈ ਸੀ? ਉਹਦੇ ਬਾਰੇ ਸਿੱਧਾ ਜਵਾਬ ਨਹੀਂ ਦਿੱਤਾ। ਫਿਰ ਜਦੋਂ ਗੱਲ ਆਈ ਕਿ ਤੁਸੀਂ ਕੀ ਪ੍ਰਧਾਨ ਮੰਤਰੀ ਨਾਲ ਸਿੱਧੀ ਗੱਲ ਕੀਤੀ ਸੀ ਜਾਂ ਪ੍ਰਧਾਨ ਮੰਤਰੀ ਦੇ ਦਫ਼ਤਰ ਨਾਲ ਗੱਲ ਕੀਤੀ ਸੀ, ਉਹਦੇ ਵਿੱਚ ਵੀ ਸਿੱਧਾ ਜਵਾਬ ਨਹੀਂ ਆਇਆ। ਜਦੋਂ ਪੁੱਛਿਆ ਗਿਆ ਤੁਹਾਡੀ ਤਨਖਾਹ ਦਾ ਕੀ ਹਿਸਾਬ ਕਿਤਾਬ ਆ, ਉਹਦੇ ਵਿੱਚ ਸਿੱਧਾ ਜਵਾਬ ਨਹੀਂ ਆਇਆ। ਐਟ ਵਨ ਪੁਆਇੰਟ ਇਹਨਾਂ ਨੇ ਕੇਲਬਰਗਰ ਬ੍ਰਦਰਜ਼ ਨੇ ਕਿਹਾ, ਕਹਿੰਦੇ ਵੀ ਇਹ ਕੰਟਰੀਬਿਊਸ਼ਨ ਐਗਰੀਮੈਂਟ ਸੀ ਤੇ ਇਹਦੇ ਵਿੱਚ ਜਿਹੜੇ ਖਰਚਿਆਂ ਦੇ ਆਧਾਰ ਤੇ ਸਾਨੂੰ ਪੇਮੈਂਟ ਹੋਣੀ ਸੀ, ਕਿਉਂਕਿ ਇਹ ਬਹੁਤ ਇੰਪੋਰਟੈਂਟ ਮੁੱਦਾ ਸੀ। ਪੁਆਇੰਟ ਹੈ। ਤੇ ਪੀਅਰ ਪੋਲੀਐਵ ਨੇ ਕਿਹਾ, ਕਹਿੰਦਾ ਵੀ ਜਿਹੜਾ ਇਹ ਕੰਟਰੈਕਟ ਤੁਸੀਂ ਕੀਤਾ, ਐਗਰੀਮੈਂਟ ਸੀ, ਇਹਦੇ ਵਿੱਚ ਤੁਹਾਨੂੰ ਇਹ ਇਜਾਜ਼ਤ ਮਿਲਦੀ ਸੀ ਕਿ ਤੁਸੀਂ ਖਰਚਿਆਂ ਆਪਣੇ ਆਪ ਨੂੰ ਖਰਚਿਆਂ ਦੀ ਭਰਪਾਈ ਕਰ ਸਕਦੇ ਸੀ, ਐਜ਼ ਇਫ ਯੂ ਕੁਡ ਪੇ ਯੋਰਸੈਲਫ। ਤੇ ਉਹਨਾਂ ਨੇ ਕ੍ਰੇਗ ਕੇਲਬਰਗਰ ਨੇ ਸਪੈਸੀਫਿਕਲੀ ਕਿਹਾ ਵੀ ਇਹ ਸਹੀ ਨਹੀਂ ਆ। ਪੀਅਰ ਪੋਲੀਐਵ ਤਿਆਰੀ ਕਰਕੇ ਆਏ ਸੀ ਪੂਰੀ, ਉਹਨਾਂ ਨੇ ਕੰਟਰੈਕਟ ਦੀ ਵਰਡਿੰਗ ਪੜ੍ਹ ਕੇ ਕਿਹਾ, ਕਹਿੰਦੇ ਕੰਟਰੈਕਟ ਦੇ ਮੁਤਾਬਕ ਇਹ ਦੇਖੋ ਸਪਸ਼ਟ ਜ਼ਾਹਰ ਹੁੰਦਾ ਕਿ ਜਿਹੜੀ ਤੁਹਾਡੀਆਂ ਵੀ ਆਰਗੇਨਾਈਜੇਸ਼ਨ ਦੇ ਨਾਲ ਜਿਹੜੀਆਂ ਬਾਕੀ ਤੁਹਾਡੀ ਐਫੀਲੀਏਟ ਆਰਗੇਨਾਈਜੇਸ਼ਨਸ ਨੇ, ਜਿਹਦੇ ਵਿੱਚ ਮੀ ਟੂ ਵੀ ਚੈਰਿਟੀ, ਵੈਲਬੀਇੰਗ ਫਾਊਂਡੇਸ਼ਨ, ਵੀ ਤੁਸੀਂ ਉਹਨਾਂ ਤੋਂ ਸਰਵਿਸਿਜ਼ ਤੇ ਸਮਾਨ ਖਰੀਦ ਸਕਦੇ ਸੀ। ਇੱਥੇ ਦੇਖੋ ਵੀ ਚੈਰਿਟੀ ਤਾਂ ਲਿਖਿਆ ਕਿਉਂਕਿ ਕੰਟਰੈਕਟ ਵੀ ਚੈਰਿਟੀ ਫਾਊਂਡੇਸ਼ਨ ਨਾਲ ਹੋਇਆ ਸੀ। ਵੀ ਚੈਰਿਟੀ ਇੱਕ ਅਲੱਗ ਸੰਸਥਾ ਤੇ ਉਹਦੇ 'ਚ ਕਹਿੰਦੇ ਤੁਸੀਂ ਉਹਦੇ ਨਾਲ ਕੰਟਰੈਕਟ ਸਾਈਨ ਕਰ ਸਕਦੇ ਸੀ। ਸੋ ਭਾਵ ਇਹ ਹੈ ਕਿ ਆਪਣੇ ਆਪ ਨੂੰ ਹੀ ਤੁਸੀਂ ਕੰਟਰੈਕਟ ਦੇ ਸਕਦੇ ਸੀ ਸਰਵਿਸਿਜ਼ ਜਾਂ ਗੁੱਡਸ ਬਾਏ ਕਰਨ ਦੇ ਲਈ। ਤੁਸੀਂ ਆਪਣੀ ਕੰਪਨੀ ਨੂੰ ਹੀ ਕੋਈ ਕੰਟਰੈਕਟ ਦੇ ਦਿੱਤਾ। ਖੱਬੀ ਜੇਬ 'ਚ ਪੈਸੇ ਆਏ ਸਰਕਾਰ ਤੋਂ, ਖੱਬੀ 'ਚੋਂ ਕੱਢ ਕੇ ਆਪਣੀ ਸੱਜੀ 'ਚ ਪਾ ਲਏ ਤੇ ਆਪਣੀ ਜਿਹੜੀ ਬਾਕੀ ਜੇਬਾਂ ਉਹਨਾਂ 'ਚ ਪਾ ਲਏ। ਇਹ ਹਿਸਾਬ ਸੀ ਬਿਲਕੁਲ। ਤੇ ਵਿਜੇ ਉਹਨਾਂ ਨੂੰ ਬਾਰ-ਬਾਰ ਇਹ ਸਵਾਲ ਪੁੱਛਿਆ ਗਿਆ। ਇਹ ਵੀ ਸ਼ੁਰੂਆਤ ਦੇ ਵਿੱਚ ਜਦੋਂ ਪੀਅਰ ਪੋਲੀਐਵ ਨੇ ਪਹਿਲੇ ਘੰਟੇ ਦੇ ਵਿੱਚ ਹੀ ਜਦੋਂ ਉਹਨਾਂ ਨੇ ਸਵਾਲ ਪੁੱਛੇ, ਸਭ ਤੋਂ ਪਹਿਲਾਂ ਉਹਨਾਂ ਨੇ ਸਵਾਲ ਪੁੱਛਿਆ ਕਿ ਕੀ ਤੁਹਾਡੀ ਪ੍ਰਾਈਮ ਮਿਨਿਸਟਰ ਨਾਲ ਕਦੀ ਗੱਲ ਹੋਈ ਹੈ? ਤੇ ਉਹ ਕਹਿੰਦੇ ਨਹੀਂ ਹੋਈ। ਕਹਿੰਦੇ ਪਰ ਤੁਹਾਡੀ ਤਾਂ ਕਹਿੰਦੇ ਰਿਕਾਰਡਿੰਗ ਹੈਗੀ ਹੈ ਕਿ ਤੁਸੀਂ ਪ੍ਰਾਈਮ ਮਿਨਿਸਟਰ ਨਾਲ ਗੱਲ ਕਰ ਰਹੇ ਸੀ, ਤੁਸੀਂ ਆਪ ਵੀ ਕਿਹਾ ਸੀ ਕਿ ਪ੍ਰਾਈਮ ਮਿਨਿਸਟਰ ਨਾਲ ਮੇਰੀ ਗੱਲ ਹੋਈ ਹੈ। ਉਹ ਕਹਿੰਦੇ ਨਹੀਂ ਮੈਂ ਆਈ ਮਿਸ ਸਪੋਕ। ਕਹਿੰਦੇ ਤੁਸੀਂ ਸਾਰੀ ਕਾਲ ਇਮੇਜਿਨ ਕਰ ਲਈ, ਯੂ ਇਮੇਜਿਨਡ ਐਨ ਐਂਟਾਇਰ ਕਾਲ। ਤੇ ਮਤਲਬ ਤੁਸੀਂ ਇਹ ਸੋਚੋ ਵੀ ਮੈਂ ਆਪਾਂ ਵਾਸੂ ਜੇ ਗੱਲ ਕਰੀਏ ਕਿ ਮੇਰੀ ਫਲਾਣੇ ਬੰਦੇ ਨਾਲ ਗੱਲ ਹੋਈ ਤੇ ਤੁਸੀਂ ਇੱਕ ਮੀਟਿੰਗ ਦੇ ਵਿੱਚ ਉਸ ਗੱਲ ਦਾ ਜ਼ਿਕਰ ਕਰ ਰਹੇ ਹੋ, ਜਾਂ ਤੇ ਤੁਹਾਡੀ ਗੱਲ ਹੋਈ ਜਾਂ ਤੁਹਾਡੀ ਗੱਲ ਨਹੀਂ ਹੋਈ, ਤੁਸੀਂ ਉਸ ਚੀਜ਼ ਬਾਰੇ ਯੂ ਕੈਨ ਨਾਟ ਮਿਸ ਸਪੀਕ। ਯੈਸ। ਹੁਣ ਇੱਕ ਚੀਜ਼ ਦੇਖੋ ਨਾ, ਗਲਤੀ ਕਿਤੇ ਹੁੰਦੀ ਹੈ, ਇੱਕ ਥਾਂ ਤੁਹਾਨੂੰ ਗਲਤੀ ਲੱਗ ਗਈ ਕਿ ਜੀ ਮੇਰੀ ਨਿਊਜ਼ ਬਾਰੇ ਗੱਲ ਹੋਈ ਸੀ, ਮੈਂ ਕਹਿਣਾ ਸੀ ਮੇਰੀ ਗੱਲ ਵਿਜੇ ਨਾਲ ਹੋਈ ਸੀ, ਮੈਂ ਕਹਿਤਾ ਮੇਰੀ ਗੱਲ ਵਾਸੂ ਨਾਲ ਹੋ ਗਈ, ਉਹ ਵਿਜੇ ਵਾਸੂ ਦੀ ਗਲਤੀ ਲੱਗ ਗਈ। ਪਰ ਤੁਸੀਂ ਜੇ ਕਹੋ ਮੇਰੀ ਗੱਲ ਹੋਈ ਸੀ ਕੱਲ ਦੇ ਬ੍ਰੇਕਫਾਸਟ ਬਾਰੇ ਤੇ ਗੱਲ ਹੋਈ ਸੀ ਵਿਜੇ ਨਾਲ, ਜਦਕਿ ਗੱਲ ਹੋਈ ਸੀ ਵਾਸੂ ਨਾਲ ਨਿਊਜ਼ ਬਾਰੇ, ਦੋ ਗੱਲਾਂ ਬਾਰੇ ਤੁਸੀਂ ਸੇਮ ਕਨਵਰਸੇਸ਼ਨ 'ਚ ਗਲਤ ਨਹੀਂ ਹੋ ਸਕਦੇ। ਉਹ ਅਤਕਥਨੀ ਜਦੋਂ ਹੁੰਦੀ ਆ ਤਾਂ ਮਤਲਬ ਕਿਤੇ ਨਾ ਕਿਤੇ ਕੁਝ ਨਾ ਕੁਝ ਦਾਲ 'ਚ ਕਾਲਾ ਹੈ। ਅੱਛਾ, ਹੁਣ ਜਿਹੜੀ ਕੱਲ ਐਡੀ ਲੰਬੀ ਚੌੜੀ ਇਹ ਗੱਲਬਾਤ ਚੱਲੀ, ਉਹਦੇ 'ਚ ਇੱਕ ਇੰਪੋਰਟੈਂਟ ਗੱਲ ਹੋਰ ਰਹੀ, ਕਿਉਂਕਿ ਇਹ ਮਲਟੀ ਪਾਰਟੀ ਕਮੇਟੀ ਹੈ, ਉਹਦੇ ਵਿੱਚ ਆਫ ਕੋਰਸ ਜਿਹੜੀ ਮੈਜੋਰਿਟੀ ਹੈ ਉਹ ਵਿਰੋਧੀ ਧਿਰਾਂ ਦੇ ਮੈਂਬਰਸ ਦੀ ਆ, ਤੇ ਜਿਹੜੇ ਲਿਬਰਲ MP ਸੀ ਜਿਹੜੇ ਸਵਾਲ ਪੁੱਛ ਰਹੇ ਸੀ, ਉਹਨਾਂ ਦਾ ਸਾਰਾ ਜਿਹੜਾ ਦਾਰੋਮਦਾਰ ਸੀ ਉਹ ਇਸ ਗੱਲ ਤੇ ਸੀ, ਇਹ ਗੱਲ ਪ੍ਰੂਵ ਕਰਨ ਤੇ ਇਹ ਗੱਲ ਹਾਈਲਾਈਟ ਕਰਨ ਤੇ ਵੀ ਚੈਰਿਟੀ ਦੇ ਨਾਲ ਸਿਰਫ ਇਹ ਨਹੀਂ ਹੈ ਕਿ ਲਿਬਰਲ ਸਰਕਾਰ ਦੇ ਹੀ ਸੰਬੰਧ ਨੇ, ਇਹ ਤੋਂ ਪਹਿਲਾਂ ਕੰਜ਼ਰਵੇਟਿਵ ਸਰਕਾਰਾਂ ਵੇਲੇ ਵੀ ਚੈਰਿਟੀ ਨੂੰ ਇਮਦਾਦ ਮਿਲਦੀ ਰਹੀ ਆ। ਸਪੈਸ਼ਲੀ ਉਹਨਾਂ ਨੇ ਸਾਬਕਾ ਪ੍ਰਧਾਨ ਮੰਤਰੀ ਸਟੀਵਨ ਹਾਰਪਰ ਦੀ ਬੀਵੀ ਲੋਰੀਨ ਹਾਰਪਰ ਦਾ ਜ਼ਿਕਰ ਕੀਤਾ ਕਿ ਉਹਨਾਂ ਨੇ ਵੀ ਪ੍ਰਧਾਨ ਮੰਤਰੀ ਦੇ ਰੈਜ਼ੀਡੈਂਸ ਤੇ ਜਿਹੜਾ 24 ਸਸੈਕਸ ਡਰਾਈਵ ਆ ਉੱਥੇ ਵੀ ਡੇ ਰਿਸੈਪਸ਼ਨ ਹੋਸਟ ਕੀਤੀ ਆ। ਪੀਟਰ ਮਕੇਈ ਦੀ ਵਾਈਫ, ਉਹ ਵੀ 2018 ਦੇ ਵਿੱਚ ਵੀ ਡੇ ਦੇ ਇੱਕ ਇਵੈਂਟ ਤੇ ਸਪੀਕਰ ਵਜੋਂ ਭੁਗਤ ਚੁੱਕੇ ਨੇ। ਸਗੋਂ ਪੀਟਰ ਮਕੇਈ ਨੇ ਫਿਰ ਇੱਕ ਟਵੀਟ ਵੀ ਕੀਤੀ ਸੀ ਜਿਹੜੀ ਬਾਅਦ 'ਚ ਕਹਿੰਦੇ ਡਿਲੀਟ ਕਰ ਦਿੱਤੀ ਗਈ ਆ। ਸੋ ਉਹਨਾਂ ਦਾ ਇਸ ਪਾਸੇ ਨੂੰ ਸਾਰਾ ਧਿਆਨ ਲੱਗਿਆ ਹੋਇਆ ਸੀ। ਪਰ ਮੁੱਕਦੀ ਗੱਲ ਇਹ ਆ ਵਾਸੂ, ਇੱਕ ਗੱਲ ਇਹ ਕਲੀਅਰ ਹੁੰਦੀ ਹੈ ਤੋਂ ਕਿ ਵੀ ਚੈਰਿਟੀ ਨੇ ਇੰਨੇ ਸਾਲਾਂ ਦੌਰਾਨ ਸਰਕਾਰੀ ਢਾਂਚੇ ਦੇ ਨਾਲ ਆਪਣੇ ਆਪ ਨੂੰ ਬਹੁਤ ਚੰਗੀ ਤਰ੍ਹਾਂ ਘਿਓ ਖਿਚੜੀ ਕਰ ਲਿਆ ਸੀ, ਹਰ ਲੈਵਲ ਆਫ ਗਵਰਨਮੈਂਟ ਦੇ ਨਾਲ, ਭਾਵੇਂ ਉਹ ਫੈਡਰਲ ਸਰਕਾਰ, ਪ੍ਰਾਈਮ ਮਿਨਿਸਟਰ ਦੇ ਦਫ਼ਤਰ ਤੋਂ ਲੈ ਕੇ ਸਕੂਲ ਬੋਰਡਸ ਤੱਕ ਵੀ ਚੈਰਿਟੀ ਦੀ ਪਹੁੰਚ ਬਣ ਗਈ ਸੀ। ਉਹਨਾਂ ਦਾ ਵਿਜੇ ਵੀ ਫਾਊਂਡੇਸ਼ਨ ਜਿਹੜਾ ਵੀ ਚੈਰਿਟੀ ਫਾਊਂਡੇਸ਼ਨ ਸਥਾਪਿਤ ਕਰਨ ਪਿੱਛੇ ਲੌਜਿਕ ਵੀ ਉਹਨਾਂ ਨੇ ਹੀ ਦਿੱਤਾ ਸੀ। ਕਹਿੰਦੇ ਕਿ CRA ਦੇ ਨਾਲ ਅਸੀਂ ਇਨਸਿੰਕ ਹੋਣ ਵਾਸਤੇ, ਉਹਨਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਵਾਸਤੇ ਕਹਿੰਦੇ ਅਸੀਂ ਇਹ ਫਾਊਂਡੇਸ਼ਨ ਬਣਾਇਆ ਸੀ। ਇਹ ਬਹੁਤ ਇੰਪੋਰਟੈਂਟ ਗੱਲ ਹੈ ਇਹ ਵੀ, ਕਿਉਂਕਿ ਜਦੋਂ ਇਹ ਸਵਾਲ ਆਇਆ ਵੀ ਇੰਨੀਆਂ ਜ਼ਿਆਦਾ ਆਰਗੇਨਾਈਜੇਸ਼ਨਸ ਕਿਉਂ ਬਣਾਈਆਂ,
ਉਹ ਕਹਿੰਦੇ ਵੀ CRA ਤੇ ਸਾਡੇ ਕੈਨੇਡਾ ਦੇ ਵਿੱਚ ਰੂਲਸ ਇਹੋ ਜਿਹੇ ਨੇ ਕਿ ਉਹਨਾਂ ਨੂੰ ਉਹਨਾਂ ਦੀ ਪਾਲਣਾ ਕਰਨ ਦੇ ਵਾਸਤੇ ਵੀ ਹੈਵ ਟੂ ਬਿਲਡ ਅ ਲੈਬਰਿੰਥ ਆਫ ਆਰਗੇਨਾਈਜੇਸ਼ਨਸ। ਤੇ ਕਹਿੰਦੇ ਅਸੀਂ ਜਿਹੜੇ ਮੁਲਕਾਂ ਦੇ ਵਿੱਚ ਵੀ ਆਪਰੇਟ ਕਰ ਰਹੇ ਹਾਂ ਸਾਨੂੰ ਉੱਥੇ ਇੱਕ ਅਲੱਗ ਚੈਰਿਟੀ ਜਾਂ ਅਲੱਗ ਆਰਗੇਨਾਈਜੇਸ਼ਨ ਰਜਿਸਟਰ ਕਰਵਾਉਣੀ ਪੈਂਦੀ ਹੈ। ਚਲੋ ਉਹ ਤਾਂ ਸਮਝ ਆਉਂਦੀ ਹੈ ਕਿ ਉੱਥੇ ਦੀ ਅਲੱਗ ਰੂਲਸ ਹੋਣਗੇ, ਇੱਥੇ ਤਾਂ ਇੱਕੋ ਹੀ CRA ਹੈ ਤੇ ਇੱਥੇ ਵੱਖ-ਵੱਖ ਸੰਸਥਾਵਾਂ ਕਿਉਂ? ਚਲੋ ਉਹ ਅਲੱਗ ਗੱਲ ਹੈ। ਜਿਹੜੀ ਵਿਜੇ ਉਹਨਾਂ ਨੇ ਗੱਲ ਕੀਤੀ ਕਿ ਅਸੀਂ ਸਾਰੀਆਂ ਪਾਰਟੀਜ਼ ਦੇ ਲੀਡਰਸ ਨੂੰ ਅਸੀਂ ਡੈਸ ਦਿੰਦੇ ਹੈਗੇ ਕਿ ਸਾਡੇ ਇੱਥੇ V-Day ਇਵੈਂਟਸ 'ਤੇ ਆ ਕੇ ਬੋਲੋ। ਤੇ ਐਲਿਜ਼ਾਬੈਥ ਮੇ ਫੈਡਰਲ ਗ੍ਰੀਨ ਪਾਰਟੀ ਦੇ ਸਾਬਕਾ ਲੀਡਰ ਉਹ ਵੀ ਫਾਈਨੈਂਸ ਕਮੇਟੀ 'ਤੇ ਬੈਠਦੇ ਨੇ ਤੇ ਉਹਨਾਂ ਨੇ ਕੱਲ ਸਵਾਲ ਪੁੱਛਿਆ। ਸ਼ੀ ਸਟਾਰਟਡ ਵਿਦ ਕਹਿੰਦੇ ਮੈਨੂੰ ਤਾਂ ਕਦੀ ਬੁਲਾਇਆ ਨਹੀਂ ਤੇ ਕਹਿੰਦੇ ਆਈ ਡੋਂਟ ਨੋ ਵੈਦਰ ਆਈ ਸ਼ੁੱਡ ਬੀ ਥੈਂਕਫੁਲ ਟੂ ਯੂ ਫॉर दैट ਟੁਡੇ। ਆਈ ਥਿੰਕ ਸ਼ੀ ਸ਼ੁੱਡ ਬੀ। ਬਹੁਤ ਉੱਥੇ ਸਾਰੇ ਲੋਕ ਹੱਸੇ, ਬਚਾਅ ਹੋ ਗਿਆ ਉਹਨਾਂ ਦਾ। ਹਾਂ ਉਹ ਬਚਾਅ ਹੋ ਗਿਆ, ਚੰਗਾ ਹੋਇਆ ਨਹੀਂ ਗਏ। ਹਾਂ ਸੋ ਵਾਸੂ ਇਹਦੇ ਵਿੱਚੋਂ ਹੁਣ ਜਦੋਂ ਕੱਲ੍ਹ ਪ੍ਰਧਾਨ ਮੰਤਰੀ ਦੀ ਚੀਫ ਆਫ ਸਟਾਫ ਕੇਟੀ ਟੈਲਫਰਡ ਜਦੋਂ ਉਹਨਾਂ ਦੀ ਪੇਸ਼ੀ ਹੋਣੀ ਆ, ਉਹ ਮੇਰੇ ਖਿਆਲ ਆਪਣੇ ਆਪ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਅਜਿਹਾ ਇੱਕ ਵੇਲਾ ਇਹ ਇਟ ਇਜ਼ ਕੁਆਇਟ ਹਿਸਟੋਰਿਕ। ਤੁਸੀਂ ਇਹ ਸੋਚੋ ਵੀ ਜੇ ਮਾਈਨੋਰਿਟੀ ਸਰਕਾਰ ਨਾ ਹੁੰਦੀ ਤਾਂ ਜਿਹੜੀ ਇਹ ਪਾਰਲੀਮੈਂਟਰੀ ਕਮੇਟੀਆਂ ਨੇ ਇਹਦੇ ਵਿੱਚ ਜਿਹੜੀਆਂ ਸੀਟਾਂ ਦੀ ਡਿਸਟਰੀਬਿਊਸ਼ਨ ਹੁੰਦੀ ਆ ਇਹ ਇਸ ਹਿਸਾਬ ਨਾਲ ਕੀਤੀ ਜਾਂਦੀ ਹੈ ਜਨਰਲੀ ਕਿ ਤੁਹਾਡੀ ਪਾਰਲੀਮੈਂਟ ਦੇ ਵਿੱਚ ਸੀਟ ਸਟੈਂਡਿੰਗ ਕੀ ਆ, ਉਸ ਦੇ ਅਨੁਪਾਤ ਦੇ ਵਿੱਚ ਹੀ ਫਿਰ ਜਿਹੜੀਆਂ ਸੀਟਾਂ ਨੇ ਉਹ ਪਾਰਲੀਮੈਂਟਰੀ ਕਮੇਟੀਜ਼ 'ਤੇ ਹੁੰਦੀਆਂ ਨੇ। ਮੰਨ ਲਓ ਜੇ ਲਿਬਰਲਸ ਦੀ ਸਟਰੋਂਗ ਮੈਜੋਰਿਟੀ ਹੁੰਦੀ ਤਾਂ ਵਾਸੂ ਇਹ ਮਸਲਾ ਖੜਾ ਹੀ ਨਹੀਂ ਹੋਣਾ ਸੀ। ਇਹ ਸਿਰਫ ਐਥਿਕਸ ਇਨਕੁਆਇਰੀ 'ਤੇ ਗੱਲ ਰਹਿ ਜਾਣੀ ਸੀ। ਜਿਹੜੀ ਇਹ ਫਾਈਨੈਂਸ ਕਮੇਟੀ ਦੀਆਂ ਹੀਅਰਿੰਗਸ ਚੱਲ ਰਹੀਆਂ ਨੇ ਇਹ ਹੋਣੀਆਂ ਹੀ ਨਹੀਂ ਸੀ ਕਿਉਂਕਿ ਇਹ ਮਤੇ ਹੀ ਨਹੀਂ ਪਾਸ ਹੋਣੇ ਸੀ। ਪਰ ਜਿਹੜੀ ਅਸੀਂ ਕੱਲ੍ਹ ਗੱਲ ਕਰ ਰਹੇ ਸੀ, ਜੇਕਰ ਸਿਰਫ ਐਥਿਕਸ ਕਮੇਟੀ ਦੀ ਹੀ ਇਨਕੁਆਇਰੀ ਹੁੰਦੀ ਉਹਦੇ ਫਿਰ ਨਤੀਜੇ ਕੁਝ ਮਹੀਨਿਆਂ ਬਾਅਦ ਆਣੇ ਸੀ। ਉਦੋਂ ਤੱਕ ਕੰਜ਼ਰਵੇਟਿਵ ਪਾਰਟੀ ਦੇ ਲੀਡਰਸ਼ਿਪ ਚੋਣ ਹੋ ਚੁੱਕੀ ਹੋਣੀ ਸੀ। ਦੇ ਵੁੱਡ ਹੈਵ ਬੀਨ ਰੈਡੀ ਫॉर ਐਨ ਇਲੈਕਸ਼ਨ। ਐਜ਼ ਆਫ ਨਾਓ ਕੰਜ਼ਰਵੇਟਿਵ ਪਾਰਟੀ ਇਲੈਕਸ਼ਨ ਦੇ ਲਈ ਆਪ ਰੈਡੀ ਨਹੀਂ ਹੈ। NDP ਦੇ ਕੋਲ ਫੰਡਸ ਨਹੀਂ ਹੈਗੇ ਟੂ ਫਾਈਟ ਐਨ ਇਲੈਕਸ਼ਨ। ਸੋ ਕੰਜ਼ਰਵੇਟਿਵ ਪਾਰਟੀ ਹੀ ਬਚਦੀ ਹੈ ਜਿਹੜੀ ਮੇਜਰ ਆਪੋਜੀਸ਼ਨ ਪਾਰਟੀ ਹੈ। ਤੇ ਜੇਕਰ ਸਿਰਫ ਐਥਿਕਸ ਕਮੇਟੀ ਦੀ ਹੁੰਦੀ ਪ੍ਰੋਬ ਤੇ ਕੁਝ ਮਹੀਨਿਆਂ ਤੱਕ ਆਣੀ ਸੀ, ਇਹਦੇ ਜਿਹੜੇ ਨਤੀਜੇ ਅਗਸਤ ਤੋਂ ਬਾਅਦ ਆਣੇ ਸੀ, ਉਦੋਂ ਤੱਕ ਕੰਜ਼ਰਵੇਟਿਵ ਪਾਰਟੀ ਦਾ ਨਵਾਂ ਲੀਡਰ ਚੁਣਿਆ ਜਾ ਚੁੱਕਿਆ ਹੋਣਾ ਸੀ। ਤੇ ਉਸ ਤੋਂ ਬਾਅਦ ਮੇ ਵੀ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਇੰਨੇ ਗਟਸ ਹੁੰਦੇ, ਇੰਨਾ ਉਹਨਾਂ ਦੇ ਵਿੱਚ ਦਮ ਹੁੰਦਾ ਕਿ ਉਹ ਇਲੈਕਸ਼ਨ ਕਾਲ ਕਰਦੇ। ਪਰ ਚੱਕਰ ਇਹ ਵਾਸੂ ਇਸ ਵੇਲੇ ਕਿਉਂਕਿ ਆ ਪੈਂਡੈਮਿਕ ਦੇ ਦੌਰ ਦੇ ਵਿੱਚ ਜਿਹੜੀ ਵੀ ਪਾਰਟੀ ਇਲੈਕਸ਼ਨ ਫੋਰਸ ਕਰੇਗੀ ਉਹ ਪਾਰਟੀ ਵਾਸਤੇ ਕੋਈ ਵਧੀਆ ਸ਼ਗਨ ਨਹੀਂ ਰਹਿਣਾ। ਅਜੇ ਵੀ ਕੁਝ ਪੋਲਸ ਇਹੋ ਜਿਹੀਆਂ ਆ ਰਹੀਆਂ ਨੇ ਕਹਿੰਦੇ ਜੇ ਅੱਜ ਵੀ ਇਲੈਕਸ਼ਨ ਹੁੰਦਾ ਤਾਂ ਵੀ ਆਫਕੋਰਸ ਲਿਬਰਲਸ ਨੂੰ ਸੀਟਾਂ 'ਤੇ ਗਵਾਉਣੀਆਂ ਪੈਣਗੀਆਂ ਪਰ ਸਰਕਾਰ ਫਿਰ ਵੀ ਮਾਈਨੋਰਿਟੀ ਦੀ ਬਣਾ ਜਾਣਗੇ। ਉਹ ਕਹਿੰਦੇ 2-3% ਹੀ ਪੋਪੂਲੈਰਿਟੀ ਘਟੀ ਹੈ ਪਰ ਘਟੀ ਜ਼ਰੂਰ ਆ। ਹੁਣ ਐਥਿਕਸ ਇਨਕੁਆਇਰੀ ਦੇ ਵਿੱਚੋਂ ਕੱਲ੍ਹ ਪ੍ਰਧਾਨ ਮੰਤਰੀ ਦੀ ਜਦੋਂ ਖੁਦ ਪੇਸ਼ੀ ਹੋਣੀ ਆ ਉਹਦੇ ਵਿੱਚੋਂ ਕੀ ਗੱਲਾਂ ਨਿਕਲਦੀਆਂ ਨੇ ਕਿਉਂਕਿ ਪ੍ਰਧਾਨ ਮੰਤਰੀ ਦਾ ਪਾਰਲੀਮੈਂਟ 'ਚ ਪ੍ਰਧਾਨ ਮੰਤਰੀ ਦਾ ਆਉਣਾ ਆਫਕੋਰਸ ਇਹ ਡੈਮੋਕ੍ਰੈਟਿਕ ਸੈਟਅਪ ਦਾ ਹਿੱਸਾ, ਪਰ ਪਾਰਲੀਮੈਂਟ ਦੀ ਇੱਕ ਅੱਗੇ ਫਰਦਰ ਕਮੇਟੀ ਹੋਵੇ ਜਿਹਦੇ ਵਿੱਚ ਕੁਝ ਚੰਦ ਮੈਂਬਰਸ ਉਹਦੇ ਵਿੱਚ ਬੈਠੇ ਹੋਣ, ਉਹਦੇ ਮੂਹਰੇ ਪ੍ਰਧਾਨ ਮੰਤਰੀ ਦਾ ਇੰਜ ਪੇਸ਼ ਹੋਣਾ ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸੰਕੇਤ ਕਰਦਾ ਕਿ ਗਵਰਨਮੈਂਟ ਨੂੰ ਵੀ ਪਤਾ, ਲਿਬਰਲ ਸਰਕਾਰ ਨੂੰ ਪਤਾ ਕਿ ਜੇ ਇਹਦੇ ਵਿੱਚ ਹੁਣ ਪ੍ਰਧਾਨ ਮੰਤਰੀ ਜਾ ਕੇ ਨਹੀਂ ਨਿੱਤਰਦੇ, ਨਹੀਂ ਆਪਣਾ ਪੱਖ ਰੱਖਦੇ ਆ, ਸਵਾਲਾਂ ਦੇ ਜਵਾਬ ਨਹੀਂ ਦਿੰਦੇ ਤਾਂ ਫਿਰ ਉਹ ਬਹੁਤ ਇਟ ਡਜ਼ ਨਾਟ ਲੁੱਕ ਗੁੱਡ, ਸਰਕਾਰ ਵਾਸਤੇ ਵਧੀਆ ਨਹੀਂ ਲੱਗਦਾ। ਦੇਖੋ ਵੀਰੇ, ਜਸਟਿਨ ਟਰੂਡੋ ਦੀ ਸ਼ੁਰੂ ਤੋਂ ਹੀ ਇਹ ਖਾਸੀਅਤ ਰਹੀ ਹੈ ਕਿ ਉਹ ਆਪਣੇ ਆਪ ਨੂੰ ਬਹੁਤ ਐਕਸੈਸਿਬਲ ਪ੍ਰਾਈਮ ਮਿਨਿਸਟਰ ਵਜੋਂ ਪੇਸ਼ ਕਰਦੇ ਨੇ, ਜੋ ਕਿ ਹੈਗੇ ਵੀ ਨੇ। ਤੇ ਉਹ ਹੁਣ ਇਹਨਾਂ ਦੀ ਇਸ ਗੱਲ 'ਤੇ ਤਾਰੀਫ ਬਣਦੀ ਹੈ ਕਿ ਉਹਨਾਂ ਨੇ ਦਿਸ ਇਜ਼ ਨਾਟ ਸਮਥਿੰਗ ਨਾਰਮਲ ਕਿ ਫਾਈਨੈਂਸ ਕਮੇਟੀ ਦੇ ਸਾਹਮਣੇ ਪ੍ਰਧਾਨ ਮੰਤਰੀ ਪੇਸ਼ ਹੋਵੇ। ਬਿਲਕੁਲ ਇੱਕ ਤਰ੍ਹਾਂ ਸਮਨ ਕੀਤਾ ਗਿਆ ਉਹਨਾਂ ਨੂੰ ਤੇ ਉੱਪਰ ਆ ਰਹੇ ਨੇ। ਹੁਣ ਲੈਟਸ ਹੋਪ ਕਿ ਜਵਾਬ ਜਿਹੜੇ ਨੇ ਉਹ ਪੁਆਇੰਟਡ ਹੋਣ। ਸਵਾਲ ਪੁਆਇੰਟਡ ਡੈਫੀਨਿਟਲੀ ਹੋਣਗੇ ਪਰ ਜਵਾਬ ਅਸੀਂ ਦੇਖਿਆ ਟ੍ਰੇਲਰ ਪਹਿਲਾਂ, ਪਰ ਜਿਹੜੇ ਜਵਾਬ ਨੇ ਅਜੇ ਤੱਕ ਗੋਲਮੋਲ ਹੋ ਰਹੇ ਨੇ। ਜੇ ਜਵਾਬ ਪੁਆਇੰਟਡ ਹੋਣਗੇ ਨਾ ਵਿਜੇ, ਇਟ ਵਿਲ ਬੀ ਟੂ ਦ ਬੈਨੀਫਿਟ ਆਫ ਗਵਰਨਮੈਂਟ। ਪਰ ਗੱਲ ਇਹ ਹੈ ਨਾ ਵਾਸੂ ਕਿ ਜੇ ਜਵਾਬ ਤੁਹਾਡੇ ਪੁਆਇੰਟਡ ਤੁਸੀਂ ਤਾਈਓ ਦੇਣ ਦੀ ਸੂਰਤ ਵਿੱਚ ਹੋ ਸਕਦੇ ਹੋ ਜੇ ਤੁਹਾਨੂੰ ਪਤਾ ਵੀ ਉਹਦੇ ਵਿੱਚ ਕੋਈ ਅਜਿਹੀ ਗੱਲ ਨਹੀਂ ਆਏਗੀ ਜਿਹਦੀ ਕਿ ਤੁਹਾਡੇ 'ਤੇ ਪੁੱਠੀ ਨਾ ਪੈ ਜਾਵੇ। ਇਹਦੇ ਵਿੱਚ ਬਹੁਤ ਚੀਜ਼ਾਂ ਇਹੋ ਜਿਹੀਆਂ ਨੇ ਕਿ ਵੀ ਚੈਰਿਟੀ ਨੇ ਪ੍ਰਧਾਨ ਮੰਤਰੀ ਨੂੰ ਉਹਨਾਂ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਇਹੋ ਜਿਹਾ ਪਲੇਟਫਾਰਮ ਦਿੱਤਾ, ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹਨਾਂ ਨੂੰ ਪਲੇਟਫਾਰਮ ਦਿੱਤਾ। ਉਹਨਾਂ ਦੀ ਫੈਮਿਲੀ ਨੂੰ ਜਿੰਨੀਆਂ ਇਹ ਪੇਮੈਂਟਸ ਹੋਈਆਂ ਨੇ, ਇਹ 2015 ਤੋਂ ਬਾਅਦ ਹੀ ਉਹਨਾਂ ਦੇ ਮਦਰ ਨੂੰ ਪੇਮੈਂਟਸ ਹੋਈਆਂ ਨੇ। ਸੋ ਆਪਟਿਕਸ ਜਦੋਂ ਤੁਸੀਂ ਵੇਖਦੇ ਹੋ ਉਹਦੇ ਵਿੱਚ ਬਹੁਤ ਕੁਝ ਲੁਕਿਆ ਹੋਇਆ। ਵੀ ਚੈਰਿਟੀ ਨੂੰ ਸਰਕਾਰ ਵੱਲੋਂ ਮਿਲਣ ਵਾਲੀ ਫੰਡਿੰਗ ਜਦੋਂ ਲਿਬਰਲ ਸਰਕਾਰ ਬਣੀ ਆ ਉਸ ਤੋਂ ਬਾਅਦ 2015 ਤੋਂ ਬਾਅਦ ਉਹਨਾਂ ਨੂੰ ਮਿਲਣ ਵਾਲੀ ਫੰਡਿੰਗ ਦੇ ਵਿੱਚ ਵੀ ਵਾਧਾ ਹੋ ਗਿਆ। ਪਰ ਦੇਖੋ ਨਾ, ਆਪਣਾ ਸਿਸਟਮ ਇਹ ਹੈ ਕਿ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ, ਤੇ ਆਪਾਂ ਐਜ਼ਿਊਮ ਇਹੀ ਕਰਕੇ ਚੱਲੀਏ ਕਿ ਸਰਕਾਰ ਨੇ ਇਹਦੇ ਵਿੱਚ ਕੁਝ ਗਲਤ ਨਹੀਂ ਕੀਤਾ। ਹੁਣ ਦੇਖੋ ਚੋਂ ਨਿਕਲਦਾ। ਲੈਟਸ ਹੋਪ ਕਿ ਜੇ ਸਰਕਾਰ ਨੇ ਕੁਝ ਗਲਤ ਨਹੀਂ ਕੀਤਾ ਤਾਂ ਉਹਨਾਂ ਨੂੰ ਜਿਹੜੇ ਜਵਾਬ ਨੇ ਉਹ ਬਿਲਕੁਲ ਕਲੀਅਰ ਦੇਣੇ ਚਾਹੀਦੇ ਤਾਂ ਕਿ ਜੇ ਲੋਕਾਂ ਦੇ ਮਨ ਦੇ ਵਿੱਚ ਕੋਈ ਸਵਾਲ ਜਾਂ ਕੋਈ ਖਦਸ਼ਾ ਹੈਗਾ ਵੀ ਆ
ਉਹ ਬਿਲਕੁਲ ਕਲੀਅਰ ਹੋ ਜਾਵੇ ਕਿ ਬਿਲਕੁਲ ਸਭ ਤੋਂ ਵੱਡਾ ਸਵਾਲ ਇਹੀ ਆ ਕਿ ਵੀ ਚੈਰਿਟੀ ਕਹਿ ਰਹੀ ਹੈ ਕਿ ਅਪ ਟੂ $300 ਮਿਲੀਅਨ ਦਾ ਖਰਚਾ ਇਸ ਪ੍ਰੋਜੈਕਟ ਤੇ ਹੋਣਾ ਚਾਹੀਦਾ ਸੀ। ਸਰਕਾਰ ਨੇ ਐਲੋਕੇਟ ਕੀਤਾ $912 ਮਿਲੀਅਨ, $612 ਮਿਲੀਅਨ ਦਾ ਸਰਕਾਰ ਨੇ ਕੀ ਕਰਨਾ ਸੀ, ਉਹ ਕਿਉਂ ਐਲੋਕੇਟ ਕੀਤੇ ਗਏ, ਤੇ ਉਹ ਅਜੇ ਵੀ ਸਰਕਾਰ ਉੱਤੇ ਹੀ ਖੜੀ ਹੈ ਕਿ ਦੇਖੋ ਹੁਣ ਜਿਹੜਾ ਇਹ ਪੂਰਾ ਪ੍ਰੋਜੈਕਟ ਹੈਗਾ ਕੈਨੇਡਾ ਸਟੂਡੈਂਟ ਸਰਵਿਸ ਗ੍ਰਾਂਟ ਪ੍ਰੋਗਰਾਮ, ਇਹ ਹੁਣ ਸਰਕਾਰ ਨੇ ਆਪ ਕੰਡਕਟ ਕਰਨਾ, ਪਬਲਿਕ ਸਰਵਿਸ ਆਪ ਕਰੇਗੀ, ਪਰ ਅਜੇ ਵੀ ਇਹਦਾ ਬਜਟ 912 ਮਿਲੀਅਨ ਹੀ ਹੈ, ਬਜਟ ਉਹ ਨਹੀਂ ਹੈ। ਤੇ ਇਹ ਹੁਣ ਸਰਕਾਰ ਨੂੰ ਦੱਸਣਾ ਚਾਹੀਦਾ ਕਿ ਬਾਕੀ ਪੈਸੇ ਕਿਉਂ ਰੱਖੇ ਗਏ। ਤੇ ਦੂਜੀ ਗੱਲ, ਵੀ ਚੈਰਿਟੀ ਨੂੰ ਸਾਰੇ ਦੇ ਸਾਰੇ ਪੈਸੇ ਐਡਵਾਂਸ ਦੇ ਵਿੱਚ ਕਿਉਂ ਫਾਰਵਰਡ ਕੀਤੇ ਗਏ? ਜੇ ਐਡਵਾਂਸ ਦੇ ਵਿੱਚੋਂ ਫਾਰਵਰਡ ਕੀਤੇ ਜਾਣੇ ਸੀ ਤਾਂ ਫਿਰ ਲੋਕਾਂ ਨੂੰ ਜਦੋਂ ਇਨੀਸ਼ੀਅਲੀ ਪ੍ਰੋਗਰਾਮ ਅਨਾਊਂਸ ਕੀਤਾ ਗਿਆ ਤਾਂ ਇਹ ਕਿਉਂ ਕਿਹਾ ਗਿਆ ਕਿ ਵੀ ਚੈਰਿਟੀ ਨੂੰ ਇਹਦੇ ਵਿੱਚੋਂ $19 ਮਿਲੀਅਨ ਹੀ ਮਿਲਣਾ, ਜਦ ਕਿ ਉਹਨਾਂ ਨੂੰ ਆਲਰੇਡੀ 30 ਮਿਲੀਅਨ ਦਿੱਤਾ ਜਾ ਚੁੱਕਾ ਸੀ, ਤੇ ਬਾਕੀ ਜੇ ਸਾਰਾ ਕੁਝ ਇੱਦਾਂ ਹੀ ਚੱਲ ਪੈਂਦਾ ਤਾਂ ਪੂਰਾ 43.53 ਮਿਲੀਅਨ ਉਹਨਾਂ ਨੂੰ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਹੀ ਮਿਲ ਜਾਣਾ ਸੀ। ਸੋ ਇਹ ਗੱਲਾਂ ਉੱਠਦੀਆਂ ਨੇ। ਫਿਰ ਇੱਕ ਇਹ ਸਵਾਲ ਵੀ ਆਉਣਾ, ਕਿਉਂਕਿ ਬਿਲ ਮੋਰਨੋ ਦੀ ਟੈਸਟੀਮਨੀ ਦੇ ਵਿੱਚ ਗੱਲ ਇਹ ਸੀ ਨਾ, ਜਦੋਂ ਉਹਨਾਂ ਨੇ ਕਿਹਾ ਕਿ ਜੀ ਮੈਂ ਪਹਿਲਾਂ ਫੋਨ ਕੀਤਾ, ਪ੍ਰਧਾਨ ਮੰਤਰੀ ਨਾਲ ਗੱਲ ਹੋਈ, ਫਿਰ ਸਾਡੀ ਵੀ ਚੈਰਿਟੀ ਨਾਲ ਗੱਲ ਹੋਈ, ਫਿਰ ਵੀ ਚੈਰਿਟੀ ਨੇ ਪ੍ਰਪੋਜ਼ਲ ਭੇਜੀ। ਇਨੀਸ਼ੀਅਲੀ ਗੱਲ ਇਹ ਸੀ ਕਿ ਵੀ ਚੈਰਿਟੀ ਨੇ ਆਪਣੇ ਆਪ ਪ੍ਰਪੋਜ਼ਲ ਭੇਜਤੀ ਸੀ, ਤੇ ਫਿਰ ਵੀ ਚੈਰਿਟੀ ਨੇ 5 ਮਈ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਇਸ ਪ੍ਰੋਗਰਾਮ ਦੇ ਉੱਤੇ। ਜਦੋਂ ਕਿ ਕੈਬਨਿਟ ਨੇ ਅਪਰੂਵਲ ਦਿੱਤੀ 22 ਮਈ ਨੂੰ, ਤਾਂ ਕੀ ਉਹਨਾਂ ਨੂੰ ਪਹਿਲਾਂ ਇਸ ਗੱਲ ਬਾਰੇ ਦੱਸ ਦਿੱਤਾ ਗਿਆ ਸੀ ਕਿ ਤੁਹਾਡੀ ਝੋਲੀ ਦੇ ਵਿੱਚ ਹੀ ਪੈਣ ਵਾਲਾ ਪ੍ਰੋਜੈਕਟ ਇਹ? ਤੇ ਜਦੋਂ ਜਿਹੜੀ ਆਫੀਸ਼ੀਅਲ ਅਨਾਉਂਸਮੈਂਟ ਉਹ 25 ਜੂਨ ਨੂੰ ਕੀਤੀ ਗਈ, 25 ਜੂਨ ਨੂੰ ਕੀਤੀ ਗਈ ਹੈ, 5 ਦਿਨਾਂ ਦੇ ਅੰਦਰ ਅੰਦਰ $30 ਮਿਲੀਅਨ ਕ੍ਰੈਡਿਟ ਕਰ ਦਿੱਤੇ ਗਏ ਉਹਨਾਂ ਦੇ ਅਕਾਊਂਟ ਦੇ ਵਿੱਚ। ਜੇ 2 ਦਿਨ ਹੋਰ ਨਿਕਲਦੇ ਤਾਂ ਫਿਰ ਪੂਰਾ ਦਾ ਪੂਰਾ ਅਮਾਊਂਟ ਹੋਣਾ ਸੀ। ਸੋ ਵੇਖਦੇ ਹਾਂ ਵਾਸੂ, ਇਹਦੇ ਵਿੱਚੋਂ ਅੱਜ ਤੇ ਖੈਰ ਕੱਲ੍ਹ ਵਾਲੀ ਗੱਲ ਦਾ ਹੀ ਐਨਾਲਿਸਿਸ, ਹੋਰ ਤਰਕ ਵਿਤਰਕ ਚੱਲਣੇ ਨੇ, ਪਰ ਕੱਲ੍ਹ ਨੂੰ ਜਦੋਂ ਪ੍ਰਧਾਨ ਮੰਤਰੀ ਤੇ ਉਹਨਾਂ ਦੀ ਚੀਫ ਆਫ ਸਟਾਫ ਕੇਟੀ ਟੈਲਫਰਡ, ਉਹਨਾਂ ਦੀ ਪੇਸ਼ੀ ਬੜੀ ਅਹਿਮ ਹੋਣੀ ਹੈ।